ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਸੁਪ੍ਰੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਸੁਪਨਿਆਂ ਦੀ ਸਨਾਖਤ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤੇਰੇ ਵਰਗੀ ਕੁੜੀ ਨਾਲ ਕੋਈ ਇੱਕ ਦਿਨ ਨਹੀਂ ਕੱਟ ਸਕਦਾ। ਤਲਾਕ ਚਾਹੀਦਾ ਮੈਨੂੰ, ਤਲਾਕ। ਰਾਤ ਦੇ ਸ਼ਨਾਟੇ ਵਿੱਚ ਬੀਤਿਆ ਵਕਤ ਸ਼ੋਰ ਮਚਾਉਂਦਾ ਉਸ ਦੇ ਕੰਨਾਂ ਵਿੱਚ ਰੜਕਣ ਲੱਗਾ। ਉਸਨੇ ਦੋਹਾਂ ਹੱਥਾਂ ਨਾਲ ਕੰਨ ਬੰਦ ਕਰ ਲਏ, ਪਰ ਆਵਾਜ਼ ਤੁਰ ਅੰਦਰ ਤੱਕ ਵੜ ਗਈ। ਅਣਚਾਹੀਆਂ ਯਾਦਾਂ ਦੇ ਇਸ ਰੌਲੇ ਵਿੱਚ ਕਰਮ ਕਈ ਦਿਨਾਂ ਤੋਂ ਉਣਦੀ ਸੀ। ਉਸਲਵੱਟੇ ਲੈਂਦਿਆਂ ਮਸਾਂ ਰਾਤ ਕੱਟਦੀ ਸੀ। ਖਿੜਕੀ ਵਿੱਚੋਂ ਝਾਤ ਰਹੇ ਚੰਨ ਦੀ ਰੌਸ਼ਨੀ ਉਸ ਦੀਆਂ ਅੱਖਾਂ 'ਚ ਚੁਭ ਰਹੀ ਸੀ। ਉਸਨੇ ਅੱਖਾਂ ਨੂੰ ਹੋਰ ਘੁੱਟ ਕੇ ਬੰਦ ਕਰ ਲਿਆ। ਬੰਦ ਅੱਖਾਂ ਵਿੱਚ ਮਰ ਮੁੱਕ ਗਈਆਂ ਇਸ਼ਾਵਾਂ ਦੇ ਪਰਛਾਵੇਂ ਘੁੰਮਣ ਲੱਗੇ। ਸੋਹਣਾ ਕੁਦਰਤ ਦੀ ਬਖਸ਼ੀ ਦਾਤ ਆ, ਪਰ ਰਿਸ਼ਤਿਆਂ ਦੇ ਚੱਕਰਵਿਊਹ ਵਿੱਚ ਫਸੀ ਕਰਮ ਕੋਲੋਂ ਇਹ ਦਾਤ ਉਸ ਦੇ ਆਪਣਿਆਂ ਨੇ ਹੀ ਕਦੋਂ ਦੀ ਖੋਹ ਲਈ ਸੀ। ਜਦ ਦੀ ਤੂੰ ਮੇਰੀ ਜ਼ਿੰਦਗੀ 'ਚ ਆਈ ਆਂ, ਮੇਰਾ ਕੋਈ ਕੰਮ ਨਹੀਂ ਬਣਿਆ। ਪਤਾ ਨਹੀਂ ਕਹੋ ਜਿਹੀ ਨਹਿਸ਼ ਪੱਲੇ ਪੈ ਗਈ ਮੇਰੇ। ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਆਂ। ਉਸਨੇ ਕੰਨਾਂ ਵਿੱਚ ਰੜਕਦੀ ਆਵਾਜ਼ ਨੂੰ ਬੰਦ ਕਰਨ ਦੀ ਇੱਕ ਕੋਸ਼ਿਸ਼ ਵਿੱਚ ਸਿਰ ਹੇਠਲਾ ਸਿਰਹਾਣਾ ਕੰਨਾਂ ਉੱਤੇ ਰੱਖ ਲਿਆ। ਕੁੱਤੀਏ, ਤੇਰੀ ਇੰਨੀ ਹਿੰਮਤ ਵੱਧ ਗਈ ਕਿ ਤੂੰ ਮੇਰਾ ਮੋਬਾਈਲ ਚੈੱਕ ਕਰੇ। ਉਸ ਦਿਨ ਮੂੰਹ 'ਤੇ ਵੱਜੀ ਚਪੇੜ ਦੀ ਯਾਦ ਨਾਲ ਉਹ ਤੜਪ ਕੇ ਮੰਜੇ ਤੋਂ ਉੱਠ ਬੈਠ ਗਈ। ਕਰਮ ਯਾਦਾਂ ਦੀ ਘੁੰਮਣ ਘੇਰੀ ਵਿੱਚ ਫਸਦੀ ਜਾ ਰਹੀ ਸੀ। ਕਮਰੇ ਵਿੱਚ ਉਸ ਦੀ ਜ਼ਿੰਦਗੀ ਨਾਲੋਂ ਘੱਟ ਹਨੇਰਾ ਪਸਰਿਆ ਹੋਇਆ ਸੀ। ਮੈਂ ਕੀ ਕਰਾਂ? ਕੀ ਸੱਚਮੁੱਚ ਮੈਂ ਇੰਨੀ ਮਾੜੀ ਹਾਂ? ਮੇਰੀ ਗਲਤੀ ਕੀ ਆ? ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ ਹੈ? ਉਸ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨਾ ਨੀਰ ਵਹਿ ਗਿਆ ਸੀ। ਕਾਲੀ ਨਾਲ ਉਸਨੇ ਖੇਸ ਦਾ ਲੜ ਫੜ ਕੇ ਆਪਣੇ ਉੱਤੋਂ ਲਾ ਦਿੱਤਾ ਤੇ ਸਿਰਹਾਣਾ ਪਰੇ ਸੁੱਟ ਦਿੱਤਾ। ਬੱਤੀ ਜਗਾ ਕੇ ਉਸਨੇ ਪੱਖੇ 'ਤੇ ਨਜ਼ਰ ਟਿਕਾਈ। ਤੇਰੇ ਵਰਗੀਆਂ ਫਾਹਾ ਲੈ ਕੇ ਮਰਦੀਆਂ ਨੇ। ਰੰਡੀਏ, ਬੰਦ ਕਰ ਆਪਣਾ ਰੰਡੀ ਰੋਣਾ। ਕਰਮ ਤਾਹਾਂ ਮਾਰ ਰੋਣ ਲੱਗੀ। ਕੀ ਨਾਮ ਹੈ ਤੁਹਾਡਾ? ਰਿਸੈਪਸ਼ਨ ਕਾਊਂਟਰ 'ਤੇ ਤੈਨਾਤ ਕਰਮਚਾਰੀ ਨੇ ਪੁੱਛਿਆ। ਕਰਮਜੀਤ ਕੌਰ, ਮਰੀ ਜਿਹੀ ਆਵਾਜ਼ ਵਿੱਚ ਜਵਾਬ ਆਇਆ। ਉਮਰ 28 ਸਾਲ। ਹਟਕੋਰੇ ਭਰਦੀ ਨੇ ਆਪਣੀਆਂ ਅੱਖਾਂ ਪੋਛੀਆਂ। ਕਰਮਚਾਰੀ ਨੇ ਮੂੰਹ ਚੱਕ ਕੇ ਆਪਣੇ ਅੱਗੇ ਖੜੀ ਬੇਵਸ ਔਰਤ ਨੂੰ ਨਜ਼ਰ ਭਰ ਕੇ ਦੇਖਿਆ। ਕਿੱਥੋਂ ਆਏ ਹੋ? ਪਿੰਡ ਗੁੱਜਰਾਂ ਤੋਂ। 100 ਰੁਪਏ ਜਮ੍ਹਾਂ ਕਰਵਾਓ। ਕਰਮ ਨੇ ਕੰਬਦੇ ਹੱਥਾਂ ਨਾਲ ਆਪਣੇ ਪਰਸ ਵਿੱਚੋਂ 100 ਦਾ ਨੋਟ ਕੱਢ ਕੇ ਕਾਊਂਟਰ 'ਤੇ ਰੱਖਿਆ। ਪਰਚੀ ਲੈ ਕੇ ਉਹ ਕੁਰਸੀ 'ਤੇ ਜਾ ਬੈਠੀ ਤੇ ਉਸ ਦੀਆਂ ਊਣੀ ਦੀਆਂ ਅੱਖਾਂ ਆਪਣੀ ਵਾਰੀ ਦੀ ਉਡੀਕ ਕਰਨ ਲੱਗੀਆਂ। ਭੈਣ ਜੀ, ਆ ਤੁਹਾਡਾ ਮੁੰਡਾ ਏ? ਕਰਮ ਦੀ ਕੁਰਸੀ ਕੋਲ ਬੈਠੀ ਇੱਕ ਔਰਤ ਨੇ ਦੂਜੀ ਔਰਤ ਨੂੰ ਪੁੱਛਿਆ। ਹਾਂਜੀ ਭੈਣ ਜੀ, ਮੇਰਾ ਛੋਟਾ ਮੁੰਡਾ ਏ, ਉਦਾਸੀ ਵਿੱਚ ਘਿਰੀ ਹੋਈ ਦੂਜੀ ਔਰਤ ਨੇ ਕਿਹਾ। ਕੀ ਹੋਇਆ ਇਹਨੂੰ? ਕਿੰਨਾ ਸੋਹਣਾ ਜਵਾਨ ਮੁੰਡਾ ਏ ਤੁਹਾਡਾ। ਵਾਹਿਗੁਰੂ, ਰੱਬ ਵੀ ਕਿੰਨਾ। ਉਸ ਦੀ ਅਧੂਰੀ ਛੱਡੀ ਗੱਲ ਦਾ ਮਤਲਬ ਉੱਥੇ ਬੈਠੀ ਕਰਮ ਦੀ ਸਮਝ ਵਿੱਚ ਪੂਰੀ ਹੋ ਗਈ ਲੱਗੀ। ਕੀ ਦੱਸਾਂ, ਪਹਿਲਾਂ ਲੱਗਦਾ ਸੀ ਓਪਰੀ ਕਸਰ ਏ। ਬਥੇਰਾ ਬਾਬੇ ਚੇਲਿਆਂ ਕੋਲ ਲੈ ਕੇ ਜਾਂਦੇ ਰਹੇ, ਕੋਈ ਫਰਕ ਨਹੀਂ ਪਿਆ। ਹਾਰ ਕੇ ਘਰ ਬਹਿ ਗਈ। ਮੇਰੀ ਕੈਨੇਡਾ ਵਾਲੀ ਭੈਣ ਨੇ ਕਿਹਾ, ਦਿਮਾਗ ਦੇ ਡਾਕਟਰ ਕੋਲ ਲੈ ਕੇ ਜਾਓ। ਕਿੰਨੇ ਮਹੀਨੇ ਇਹੀ ਸੋਚਦੀ ਨੇ ਲੰਘਾ ਦਿੱਤੇ ਕਿ ਮੇਰਾ ਮੁੰਡਾ ਕਿਹੜਾ ਪਾਗਲ ਏ। ਜਦ ਨਹੀਂ ਪੇਸ਼ ਚੱਲੀ ਕਿਤੇ, ਇੱਥੇ ਆ ਗਈ। ਡਾਕਟਰ ਕਹਿੰਦਾ ਡਿਪਰੈਸ਼ਨ ਹੋਇਆ ਇਹਨੂੰ, ਦਵਾਈ ਚੱਲਦੀ ਏ। ਆਰਾਮ ਏ, ਪਰ ਕਦੇ ਕਦੇ ਕਮਲ ਘੋਟਦਾ ਏ। ਬੜੀ ਦੁਖੀ ਹਾਂ ਭੈਣ ਜੀ। ਭੈਣ ਜੀ, ਹਸਪਤਾਲਾਂ 'ਚ ਕਦੇ ਕੋਈ ਖੁਸ਼ੀ ਨਾਲ ਨਹੀਂ ਜਾਂਦਾ। ਨਾਨਕ ਦੁਖੀਆ ਸਭ ਸੰਸਾਰ। ਵਾਹਿਗੁਰੂ ਵਾਹਿਗੁਰੂ। ਕਰਮ ਨੂੰ ਉੱਥੇ ਬੈਠਾ ਹਰ ਸ਼ਖਸ ਉਦਾਸ, ਬੇਵਸ ਤੇ ਬੇਚੈਨ ਨਜ਼ਰ ਆਇਆ, ਮਾਨਸਿਕ ਪੀੜ ਤੋਂ ਪਰੇਸ਼ਾਨ। ਪਾਗਲ ਔਰਤ, ਰੋਣਾ ਬੰਦ ਕਰ। ਨਾ ਤੰਗ ਕਰ ਮੈਨੂੰ। ਇਹ ਡਰਾਮੇ ਮੇਰੇ ਕੋਲ ਨਹੀਂ ਕਰਨੇ। ਮੈਂ ਬਿਜੀ ਹਾਂ, ਹਰ ਵੇਲੇ ਤੇਰੇ ਰੰਡੀ ਰੋਣੇ ਨਹੀਂ ਸੁਣ ਸਕਦਾ। ਜਾਂ ਆਪਣੇ ਪਾਗਲਾਂ ਦੇ ਡਾਕਟਰ ਤੋਂ ਦਵਾਈ ਲੈ ਆ। ਇਹ ਬੋਲ ਉਸਦੇ ਜ਼ਿਹਨ ਵਿੱਚ ਗੂੰਜ ਉੱਠੇ। ਉਸ ਦਾ ਰੋਣਾ ਨਹੀਂ ਰੁਕ ਰਿਹਾ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਿਸੇ ਹਨੇਰੀ ਘਾਟੀ ਵਿੱਚ ਭੜਕ ਰਹੀ ਆ, ਜਿੱਥੇ ਦੂਰ ਦੂਰ ਤੱਕ ਉਦਾਸੀ, ਦੁੱਖ ਤੇ ਪੀੜ ਤੋਂ ਇਲਾਵਾ ਕੁਝ ਵੀ ਨਹੀਂ ਦਿਸ ਰਿਹਾ ਸੀ। ਟੁੱਟ ਚੁੱਕੇ ਦਿਲ ਤੇ ਰਿਸ਼ਤਿਆਂ ਦੇ ਦਿੱਤੇ ਜ਼ਖਮਾਂ 'ਚੋਂ ਅਥਾਹ ਪੀੜ ਦਾ ਸੈਲਾਬ ਉਸ ਨੂੰ ਰੁਲਾ ਰਿਹਾ ਸੀ। ਕਰਮਜੀਤ ਕੌਰ। ਆਪਣਾ ਨਾਮ ਸੁਣ ਕੇ ਕਰਮ ਹਿੰਮਤ ਕਰਕੇ ਉੱਠੀ। ਜਦੋਂ ਕਰਮ ਨੇ ਡਾਕਟਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਆਪਣੀ ਪੀੜ ਦਾ ਅਹਿਸਾਸ ਵਧੇਰੇ ਹੋਇਆ। ਅੰਦਰ ਜਾ ਜਦੋਂ ਉਹ ਡਾਕਟਰ ਦੇ ਮੂਹਰੇ ਬੈਠੀ
ਡਾਕਟਰ ਨੇ ਉਸ ਵੱਲ ਧਿਆਨ ਨਾਲ ਦੇਖ ਕੇ ਕਿਹਾ, ਕਰਮਜੀਤ ਜੀ, ਜੇਕਰ ਮੈਂ ਗਲਤ ਨਹੀਂ, ਤੁਸੀਂ ਮੇਰੇ ਕੋਲ ਪਿਛਲੇ 1 ਸਾਲ ਵਿੱਚ ਤੀਜੀ ਜਾਂ ਚੌਥੀ ਵਾਰ ਆਏ ਹੋ। ਕਰਮ ਤਾਹਾਂ ਮਾਰ ਰੋਣ ਲੱਗੀ। ਕਾਰਨ ਉਹੀ ਹੈ। ਹਾਂਜੀ, ਮੈਂ ਦਵਾਈ ਲਿਖ ਦਿੰਦਾ ਹਾਂ, ਪਰ ਇਸ ਡਿਪਰੈਸ਼ਨ ਵਿੱਚੋਂ ਨਿਕਲਣ ਲਈ ਤੁਹਾਨੂੰ ਉਸ ਕਾਰਨ ਨੂੰ ਖਤਮ ਕਰਨਾ ਪੈਣਾ ਹੈ। ਜੋ ਚੀਜ਼ ਤੁਹਾਨੂੰ ਇੰਨਾ ਦੁੱਖ ਦੇ ਰਹੀ ਆ, ਉਸ ਤੋਂ ਦੂਰ ਹੋ ਜਾਣਾ ਹੀ ਬਿਹਤਰ ਹੈ, ਨਹੀਂ ਤਾਂ ਸਾਰੀ ਜ਼ਿੰਦਗੀ ਦੁਖੀ ਰਹੋਗੇ, ਦਵਾਈਆਂ 'ਤੇ ਰਹੋਗੇ। ਮੈਂ ਕੋਸ਼ਿਸ਼ ਕਰਾਂਗੀ ਸਰ। ਉਸਨੇ ਲੰਮਾ ਸਾਹ ਭਰਿਆ। ਦਵਾਈ ਖਾ ਕੇ ਭੁੱਖ ਵੀ ਲੱਗੇਗੀ ਤੇ ਨੀਂਦ ਵੀ ਆਊਗੀ। 15 ਦਿਨ ਬਾਅਦ ਆਇਓ, ਡੋਜ਼ ਚੇਂਜ ਕਰਾਂਗਾ। ਹਸਪਤਾਲ ਤੋਂ ਘਰ ਤੱਕ ਦਾ ਸਫ਼ਰ ਤੈਅ ਕਰਦੇ ਹੋਏ ਉਸ ਦੇ ਕਾਲਜੇ 'ਚ ਚੋਭਾਂ ਪੈਂਦੀਆਂ ਰਹੀਆਂ। ਇੱਕ ਸਮਾਂ ਆਇਆ ਜਦੋਂ ਉਸ ਦਾ ਦਿਲ ਕੀਤਾ ਕਿ ਉਹ ਕਿਸੇ ਟਰੱਕ ਜਾਂ ਗੱਡੀ ਨਾਲ ਟੱਕਰ ਮਾਰ ਕੇ ਆਪਣੀ ਸਾਰੀ ਪੀੜ ਨੂੰ ਖਤਮ ਕਰ ਦੇਵੇ। ਜੇ ਫਾਹਾ ਲੈ ਕੇ ਮਰੂੰਗੀ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ਟਰੱਕ ਜਾਂ ਗੱਡੀ ਨਾਲ ਟੱਕਰ ਖਾ ਕੇ ਮਰ ਜਾਊਂਗੀ ਤਾਂ ਐਕਸੀਡੈਂਟ ਸਮਝਣਗੇ। ਜਿਉਂਦੇ ਜੀ ਤਾਂ ਮੇਰੇ ਕਰਕੇ ਸਭ ਦੁਖੀ ਰਹੇ, ਮੇਰੇ ਮਰਨ ਤੋਂ ਬਾਅਦ ਮੇਰੇ ਕਰਕੇ ਕੋਈ ਨਾ ਤੰਗ ਹੋਵੇ। ਕੀ ਕਰਨਾ ਇਹੋ ਜਿਹੀ ਜ਼ਿੰਦਗੀ ਦਾ। ਮਾਰੂ ਸੋਚਾ ਸੋਚਦੀ ਕਰਮ ਡਰਾਈਵਿੰਗ ਕਰ ਰਹੀ ਸੀ ਕਿ ਚੌਂਕ ਵੱਲੋਂ ਆ ਰਹੀ ਸਵਿਫਟ ਕਾਰ ਆਟੋ ਤੇ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਉਸਦੀ ਐਕਟਿਵਾ ਨੂੰ ਵੀ ਟੱਕਰ ਮਾਰ ਦਿੱਤੀ। ਅੱਖਾਂ ਖੋਲ੍ਹ ਕੇ ਉਸਨੇ ਆਲਾ ਦੁਆਲਾ ਬੜੀ ਗੌਰ ਨਾਲ ਦੇਖਿਆ। ਮਾਂ ਕੁਰਸੀ 'ਤੇ ਬੈਠੀ ਇੱਕ ਪਾਸੇ ਸਿਰ ਸੁੱਟ ਕੇ ਸ਼ਾਇਦ ਸੁੱਤੀ ਹੋਈ ਸੀ। ਇਹ ਹਸਪਤਾਲ ਦਾ ਜਨਰਲ ਵਾਰਡ ਸੀ। ਕਰਮ ਨੇ ਬੋਝਲ ਮਨ ਨਾਲ ਉੱਠਣ ਦਾ ਯਤਨ ਕੀਤਾ। ਪੂਰੇ ਸਰੀਰ ਵਿੱਚ ਦਰਦ ਉੱਠਿਆ। ਹਾਏ! ਆਵਾਜ਼ ਸੁਣ ਕੇ ਉਸਦੀ ਮਾਂ ਉੱਠ ਗਈ। ਆਪਣੀ ਧੀ ਨੂੰ ਦਰਦ ਵਿੱਚ ਤੜਫਦੀ ਦੇਖ ਮਾਂ ਦਾ ਚਿਹਰਾ ਕਿਸੇ ਡੂੰਘੀ ਪੀੜ ਨਾਲ ਭਰ ਗਿਆ। ਸ਼ੁਕਰ ਹੈ ਵਾਹਿਗੁਰੂ ਦਾ, ਤੈਨੂੰ ਹੋਸ਼ ਆਈ। ਆਪਣੀ ਮਾਂ ਦੇ ਚਿਹਰੇ 'ਤੇ ਪੀੜ ਨੂੰ ਕਰਮ ਨੇ ਦੇਖ ਲਿਆ। ਠੀਕ ਹੋ ਜਾਣਾ ਮੇਰੀ ਧੀ ਨੇ। ਪਰਮਾਤਮਾ ਦਾ ਸ਼ੁਕਰ ਆ, ਜ਼ਿਆਦਾ ਸੱਟ ਚੋਟ ਨਹੀਂ ਆਈ। ਮੱਥੇ 'ਤੇ ਟੰਕੇ ਲੱਗੇ ਹਨ। ਡਾਕਟਰ ਸਾਹਿਬ ਕਹਿ ਰਹੇ ਸਨ 2 ਹਫ਼ਤੇ ਲੱਗਣੇ ਆ। ਉਸ ਦੀ ਮਾਂ ਦੀਆਂ ਅੱਖਾਂ ਵਿੱਚ ਓਪਰੀ ਜੀ ਖੁਸ਼ੀ ਝਲਕੀ। ਕਰਮ ਹਲਕਾ ਜਿਹਾ ਮੁਸਕਰਾਈ। ਕਿਤੇ ਮਾਂ ਮੇਰੀਆਂ ਅੱਖਾਂ ਵਿੱਚ ਮੇਰਾ ਦੁੱਖ ਨਾ ਪੜ੍ਹ ਲਵੇ। ਉਹ ਸਭ ਕੁਝ ਜਾਣ ਜਾਂਦੀ ਆ, ਮੈਂ ਉਸ ਨੂੰ ਦੁਖੀ ਨਹੀਂ ਵੇਖ ਸਕਦੀ। ਇਸ ਤੋਂ ਪਹਿਲਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ ਕਰਮ ਨੇ ਅੱਖਾਂ ਬੰਦ ਕਰ ਲਈਆਂ। ਮੋਬਾਈਲ ਵੱਜਿਆ। ਲੈ ਆ ਗਿਆ ਫੋਨ ਤੇਰੀ ਸੱਸ ਦਾ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਆ ਗਈ ਹੋਸ਼? ਹੋਰ ਵਾਹਿਗੁਰੂ ਦਾ ਸ਼ੁਕਰ ਆ ਜੀ, ਬੱਚੇ ਰਾਜੀ ਖੁਸ਼ੀ ਰਹਿਣ। ਹੋਰ ਜੀ, ਇਹਨਾਂ ਨਾਲ ਸਾਡੀ ਖੁਸ਼ੀ ਆ। ਹਾਂਜੀ, ਕੱਲ੍ਹ ਛੁੱਟੀ ਮਿਲੋ। ਹਾਂਜੀ ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ। ਮਾਂ ਕਿੰਨੇ ਸੁਪਨੇ ਮੇਰੇ ਵਿੱਚੋਂ ਪੂਰੇ ਕਰਨ ਦੀ ਆਸ ਬੰਨੀ ਬੈਠੀ। ਕਰਮ ਨੇ ਇੱਕ ਲੰਮਾ ਹੌਂਕਾ ਭਰਿਆ। ਉਸ ਰਾਤ ਉਸ ਦੀ ਅੱਖ ਨਹੀਂ ਖੁੱਲ੍ਹੀ, ਜਿਵੇਂ ਉਸ ਨੂੰ ਡਾਕਟਰ ਸਾਹਿਬ ਦੇ ਟੀਕਿਆਂ ਨੇ ਉਧਾਰੀ ਨੀਂਦ ਦਿੱਤੀ ਹੋਵੇ। ਉਹ ਨੀਂਦ ਜਿਸ ਦੀ ਮਿਆਦ ਉਸ ਦੇ ਵਿਆਹ ਦੀ ਪਹਿਲੀ ਰਾਤ ਹੀ ਮੁੱਕ ਗਈ ਸੀ। ਕਰਮਜੀਤ ਕੌਰ ਉਰਫ ਕਰਮ ਇੱਕ ਮਾੜੇ ਮੱਧੜ ਕਿਸਾਨ ਦੀ ਧੀ ਸੀ, ਜਿਸ ਨੇ ਘਰੇਲੂ ਤੰਗੀਆਂ ਕਾਰਨ ਆਪਣੀ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਘਰ ਬੈਠ ਕੇ BA ਦੀ ਪੜ੍ਹਾਈ ਪੂਰੀ ਕੀਤੀ ਤੇ ਉਸ ਸਮੇਂ ਦੌਰਾਨ ਉਸਨੇ ਟਿਊਸ਼ਨ ਤੇ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੀ ਛੋਟੀ ਭੈਣ ਤੇ ਲਾਡਲੇ ਭਰਾ ਨੂੰ ਵਧੀਆ ਸਿੱਖਿਆ ਹਾਸਲ ਕਰਨ ਲਈ ਆਪਣੇ ਪਿਤਾ ਦੀ ਮਾਲੀ ਸਹਾਇਤਾ ਵੀ ਕੀਤੀ। ਕਰਮ ਦਾ ਵਿਆਹ 3 ਸਾਲ ਪਹਿਲਾਂ ਰਣਵੀਰ ਸਿੰਘ ਨਾਮ ਦੇ ਲੜਕੇ ਨਾਲ ਹੋਇਆ ਸੀ। ਰਣਵੀਰ ਦੀ ਕੱਪੜੇ ਦੀ ਦੁਕਾਨ ਸੀ। ਉਹਨਾਂ ਦਾ ਰਿਸ਼ਤਾ ਰਣਵੀਰ ਦੀ ਭੂਆ ਨੇ ਕਰਵਾਇਆ ਸੀ। ਦਰਮਿਆਨੇ ਕੱਦ ਵਾਲੀ ਕਰਮਜੀਤ ਦੇਖਣ ਨੂੰ ਬਹੁਤ ਸੋਹਣੀ ਸੀ। ਤਿੱਖੇ ਨੈਣ ਨਕਸ਼, ਲੰਮਸ ਲੰਮੀ ਗੁੱਤ, ਮਿਰਗ ਨੈਣੀ ਮੁਟਿਆਰ, ਜਿਸ ਦੀ ਪਹਿਲੀ ਤੱਕਣੀ ਕਿਸੇ ਨੂੰ ਵੀ ਕੀਲ ਦਿੰਦੀ ਸੀ। ਰਣਵੀਰ ਨੇ ਦੇਖਦੇ ਸਾਰ ਹੀ ਹਾਂ ਕਰ ਦਿੱਤੀ ਸੀ। ਵਾਹ ਭੈਣ, ਇਹ ਤਾਂ ਮੁੰਡਾ ਵਿਆਹ ਕਰਾਉਣ ਨੂੰ ਨਹੀਂ ਸੀ ਮੰਨਦਾ, ਤੂੰ ਕੁੜੀ ਇੰਨੀ ਸੋਹਣੀ ਦੱਸੀ। ਅਗਲਾ ਬਿਨਾਂ ਨਾ ਨੁੱਕਰ ਕੀਤੇ ਵਿਆਹ ਨੂੰ ਮੰਨ ਗਿਆ। ਰਣਵੀਰ ਦੀ ਵਿਧਵਾ ਮਾਂ ਨੇ ਆਪਣੀ ਨਨਾਣ ਨੂੰ ਖੁਸ਼ ਹੁੰਦੇ ਕਿਹਾ ਸੀ, ਸਾਡੀ ਕਰਮੋਂ ਕਿੰਨੀ ਕਰਮਾਂ ਵਾਲੀ ਆ ਸਵਰਨ ਕੁਰੇ। ਅਗਲਿਆਂ ਨੇ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਰੱਖੀ। ਸਾਦਾ ਵਿਆਹ, ਗੁਰਦੁਆਰੇ ਵਿੱਚ ਲਾਵਾਂ ਤੇ ਲੰਗਰ ਛਕ ਕੇ ਸਾਡੀ ਧੀ ਵਿਆਹ ਕੇ ਲੈ ਜਾਣੀ ਆ। ਮੁੰਡੇ ਦੀ ਮਾਂ ਨੇ ਕਿਸੇ ਕਿਸਮ ਦੇ ਲੈਣ ਦੇਣ ਤੋਂ ਮਨਾ ਕਰ ਦਿੱਤਾ ਹੈ। ਮੇਰੀ ਕਰਮੋਂ ਨੇ ਅੱਜ ਤੱਕ ਮੈਨੂੰ ਕਿਸੇ ਗੱਲ ਦੀ ਤੰਗੀ ਨਹੀਂ ਦਿੱਤੀ ਆ, ਸਗੋਂ ਮੇਰਾ ਅੱਧਾ ਭਾਰ ਇਹਨੇ ਆਪਣੇ ਮੋਢਿਆਂ 'ਤੇ ਚੱਕਿਆ ਏ। ਨਾ ਕਦੇ ਕੋਈ ਮੰਗ ਕੀਤੀ,
ਨਾ ਕਦੇ ਕੋਈ ਸ਼ਿਕਾਇਤ ਕੀਤੀ। ਬਸ ਜੋ ਲਿਆ ਕੇ ਦਿੱਤਾ ਉਹਦੇ ਵਿੱਚ ਹੀ ਖੁਸ਼ ਰਹੀ। ਸੱਚਿਆ ਪਾਤਸ਼ਾਹ, ਮੇਰੀ ਧੀ ਨੂੰ ਸਹੁਰੇ ਘਰ 'ਚ ਕਿਸੇ ਚੀਜ਼ ਦੀ ਤੰਗੀ ਨਾ ਹੋਵੇ, ਖੁਸ਼ੀਆਂ ਹੀ ਖੁਸ਼ੀਆਂ ਮਿਲਣ, ਕਦੇ ਪੇਕੇ ਘਰ ਦਾ ਚੇਤਾ ਨਾ ਆਵੇ। ਕਰਮ ਨੂੰ ਆਪਣੇ ਪਿਤਾ ਦੀਆਂ ਗੱਲਾਂ ਤੇ ਦੁਆਵਾਂ ਚੇਤੇ ਆਈਆਂ। ਜ਼ਿੰਦਗੀ ਦੇ ਅਗਲੇ ਪੜਾਅ ਦੀਆਂ ਤਿਆਰੀਆਂ ਕਰਦੇ ਕਰਮ ਸੋਚਦੀ ਸੀ ਕਿ ਵਿਆਹ ਕਰਾ ਕੇ ਜ਼ਿੰਦਗੀ ਸੌਖੀ ਹੋ ਜਾਵੇਗੀ। ਚਾਅ ਦੇ ਸੁਪਨੇ ਬੁਣਦੀ ਕਰਮ ਨੂੰ ਸੰਸਾਰ ਹਸੀਨ ਨਜ਼ਰ ਆਉਣ ਲੱਗਾ ਸੀ। ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਇਹ ਲੱਗਦਾ ਸੀ ਕਿ ਇਸ ਸਮਾਜਿਕ ਫਰਜ਼ ਨੂੰ ਪੂਰਾ ਕਰਕੇ ਉਸ ਨੂੰ ਆਪਣੇ ਦੁੱਖਾਂ, ਤਕਲੀਫਾਂ ਤੇ ਤੰਗੀਆਂ ਤੋਂ ਛੁਟਕਾਰਾ ਮਿਲ ਜਾਣਾ। ਪਰ ਕਦੇ-ਕਦੇ ਸੌਖੇ ਰਸਤੇ ਕੁਝ ਪਲਾਂ ਲਈ ਤੁਹਾਨੂੰ ਦੁੱਖਾਂ ਤੋਂ ਤਾਂ ਬਚਾ ਸਕਦੇ ਹਨ, ਪਰ ਖੁਸ਼ੀਆਂ ਦੇਣਗੇ ਜਾਂ ਨਹੀਂ, ਇਹ ਨਿਸ਼ਚਿਤ ਨਹੀਂ ਹੁੰਦਾ। ਵਿਆਹ ਦੀ ਪਹਿਲੀ ਰਾਤ ਆਪਣੇ ਹਮਸਫ਼ਰ ਦੀ ਉਡੀਕ ਕਰਦੀ ਕਰਮ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਖ਼ਾਬਾਂ ਦੀ ਦੁਨੀਆ ਵਿੱਚ ਗਵਾਚੀ ਹੋਈ ਸੀ। ਇੱਕ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੀ ਕਰਮ ਨੇ ਸੋਚਾਂ ਵਿੱਚ ਹੀ ਅੱਧੀ ਤੋਂ ਵੱਧ ਜ਼ਿੰਦਗੀ ਜੀ ਲਈ ਸੀ। ਉਸ ਕਲਪਨਾ ਵਿੱਚ ਉਸ ਦਾ ਆਪਣਾ ਘਰ, ਬੱਚੇ ਤੇ ਸਮਝਦਾਰ ਪਤੀ ਸ਼ਾਮਲ ਸਨ। ਪਰ ਜਦੋਂ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਉਸ ਖੜਾਕ ਨਾਲ ਉਹ ਮੁੜ ਹਕੀਕਤ ਦੀ ਦੁਨੀਆ ਵਿੱਚ ਪਰਤ ਆਈ। ਰਣਵੀਰ ਦੇ ਕਦਮ ਕਰਮ ਵੱਲ ਵਧੇ ਬਹੁਤ ਵਾਰ ਲੜਖੜਾਈ। ਉਹ ਬੈੱਡ 'ਤੇ ਆ ਕੇ ਧੜਮ ਕਰਕੇ ਡਿੱਗ ਗਿਆ। ਸੁੱਖੀ, ਸੁੱਖੀ, ਮੈਂ ਬਹੁਤ ਪਿਆਰ ਕਰਦਾ ਤੈਨੂੰ। ਮੈਂ ਮਜਬੂਰ, ਕਿੰਨਾ ਮਜਬੂਰ ਆ ਮੈਂ। ਫਸ ਗਿਆ ਮੈਂ, ਸੁੱਖੀ, ਸੁੱਖੀ। ਕਰਮ ਦੇ ਸੁਪਨੇ ਅਸਤ ਹੋ ਗਏ। ਸਾਰੀ ਰਾਤ ਉਸ ਦੇ ਸੁਪਨਿਆਂ ਦੀ ਟੁੱਟ ਭੱਜ ਹੁੰਦੀ ਰਹੀ। ਸਵੇਰ ਤੱਕ ਸੋਚਾਂ ਦਾ ਤਾਣਾ ਬਾਣਾ ਉਲਝਿਆ ਰਿਹਾ। ਸਾਰੀ ਰਾਤ ਉਹ ਸੁੱਖੀ ਵਾਲੀ ਪਹੇਲੀ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ। ਰਣਵੀਰ ਦੀ ਸਵੇਰੇ ਅੱਖ ਖੁੱਲ੍ਹੀ। ਉਹ ਬਿਨਾਂ ਕੁਝ ਕਹੇ ਬਾਥਰੂਮ ਅੰਦਰ ਵੜ ਗਿਆ। ਕਰਮ ਕਮਰੇ ਵਿੱਚ ਬੈਠੀ ਮਨ ਹੀ ਮਨ ਵਿੱਚ ਰਣਵੀਰ ਨੂੰ ਕਿੰਨੇ ਸਵਾਲ ਪੁੱਛਦੀ ਰਹੀ। ਸਵਾਲਾਂ ਨੇ ਉਸ ਦੇ ਅੰਦਰ ਤੂਫਾਨ ਮਚਾ ਦਿੱਤਾ। ਬਾਥਰੂਮ 'ਚੋਂ ਨਿਕਲ ਕੇ ਰਣਵੀਰ ਨੇ ਪਹਿਲੀ ਵਾਰ ਕਰਮ ਵੱਲ ਧਿਆਨ ਦਿੱਤਾ। ਬਿਨਾਂ ਕੁਝ ਕਹੇ ਉਹ ਕਮਰੇ 'ਚੋਂ ਬਾਹਰ ਨਿਕਲਣ ਲੱਗਾ ਸੀ ਕਿ ਕਰਮ ਨੇ ਉਸ ਦੀ ਬਾਂਹ ਫੜ ਕੇ ਪੁੱਛ ਲਿਆ, ਸੁੱਖੀ ਕੌਣ ਆ? ਹੱਥ ਛੱਡ ਮੇਰਾ। ਰਣਵੀਰ ਦੀ ਬੇਰੁਖੀ ਨੇ ਕਰਮ ਨੂੰ ਧੁਰ ਅੰਦਰ ਤੱਕ ਲੀਰਾ ਕਰ ਦਿੱਤਾ। ਮੇਰੇ ਨਾਲ ਵਿਆਹ ਕਿਉਂ ਕਰਵਾਇਆ ਜੇ ਕਿਸੇ ਸੁੱਖੀ ਦੀ ਚਾਹ ਹੈ ਤੁਹਾਨੂੰ? ਕਰਮ ਨੇ ਹਿੰਮਤ ਕਰਕੇ ਰਣਵੀਰ ਨੂੰ ਪੁੱਛਿਆ। ਰਣਵੀਰ ਕਮਰੇ ਵਿੱਚੋਂ ਨਿਕਲ ਗਿਆ ਤੇ ਸਵਾਲਾਂ ਦੇ ਜਵਾਬ ਉਡੀਕਦੀ ਕਰਮ ਦੇ ਸੁਪਨਿਆਂ ਵਿੱਚ ਰੰਗ ਭਰਨ ਤੋਂ ਖੁੰਝ ਗਏ। ਆਪਣੇ ਹੱਥਾਂ 'ਤੇ ਲੱਗੀ ਮਹਿੰਦੀ, ਲਾਲ ਸੂਹਾ ਚੂੜਾ, ਚਮਕਾ ਮਾਰਦਾ ਸੂਟ ਦਾ ਗੋਟਾ, ਅੱਖਾਂ ਵਿੱਚ ਕਿੰਨੇ ਸੁਪਨੇ ਪੂਰੇ ਹੋਣ ਦੀ ਆਸ ਵਿੱਚ ਉਸ ਦਾ ਖਿੜਿਆ ਚਿਹਰਾ ਮੁਰਝਾ ਗਿਆ। ਮਹਿੰਦੀ ਵਾਲੇ ਹੱਥਾਂ ਵਿੱਚੋਂ ਟੁੱਟੀਆਂ ਲਕੀਰਾਂ ਦਿਸਣ ਲੱਗੀਆਂ। ਚਿਹਰੇ 'ਤੇ ਫਿਕਰ ਦੀਆਂ ਲਕੀਰਾਂ ਉੱਭਰ ਆਈਆਂ। ਪਿਛਲੇ 3 ਸਾਲ ਤੋਂ ਮਾਨਸਿਕ ਪੀੜਾ ਸਹਿੰਦੀ ਕਰਮ ਨੇ ਆਪਣੇ ਮਾਂ-ਬਾਪ ਅੱਗੇ ਆਪਣੇ ਦੁੱਖਾਂ ਦੀ ਪਟਾਰੀ ਕਦੇ ਨਹੀਂ ਖੋਲ੍ਹੀ ਸੀ। ਹਾਲਾਤ ਇੰਨੇ ਬੱਤਰ ਬਣ ਗਏ ਸਨ ਕਿ ਬੰਦ ਦਰਵਾਜ਼ੇ ਪਿੱਛੇ ਉਸ ਨਾਲ ਇਹੋ ਜਿਹਾ ਵਰਤਾਅ ਹੁੰਦਾ ਜੋ ਅੱਕੇ ਤੇ ਅਸਹਿ ਸੀ। ਰਣਵੀਰ ਦੀ ਕੋਸ਼ਿਸ਼ ਸੀ ਕਿ ਕਰਮ ਆਪ ਤਲਾਕ ਮੰਗੇ, ਪਰ ਕਰਮ ਸਮਾਜ ਵਿੱਚ ਬਦਨਾਮੀ ਦੇ ਡਰ ਤੋਂ ਤੇ ਤਲਾਕ ਦੇ ਕਲੰਕ ਤੋਂ ਬਚਣ ਲਈ ਚੁੱਪ-ਚਾਪ ਸ਼ਿੱਦਤ ਸਹਿੰਦੀ ਰਹੀ। ਵਿਧਵਾ ਸੱਸ ਨੂੰ ਰਣਵੀਰ ਦੇ ਇਸ ਪ੍ਰਤਾਪ ਪਿੱਛੇ ਕਾਰਨ ਪਤਾ ਸੀ, ਪਰ ਝੱਗਾ ਚੱਕੇ ਆਪਣਾ ਢਿੱਡ ਨੰਗਾ ਹੁੰਦਾ ਸੀ। ਮਾਂ ਦੇ ਦਵਾ ਕਰਕੇ ਰਣਵੀਰ ਨੇ ਕਰਮ ਨਾਲ ਵਿਆਹ ਤਾਂ ਕਰਵਾ ਲਿਆ ਸੀ, ਪਰ ਗੱਲ ਆਖਿਰ ਦਿਲ ਮਿਲਣ ਦੀ ਸੀ ਜੋ ਉਸਨੇ ਕਦੇ ਕਰਮ ਨਾਲ ਮਲਾਇਆ ਹੀ ਨਹੀਂ। ਦੁਨੀਆ ਲਈ ਕਰਮ ਰਣਵੀਰ ਦੀ ਪਤਨੀ ਸੀ, ਪਰ ਅਸਲ ਵਿੱਚ ਰਣਵੀਰ ਸੁੱਖੀ ਨਾਲ ਰਿਸ਼ਤਾ ਨਿਭਾ ਰਿਹਾ ਸੀ। ਇੱਕ ਵਾਰ ਤਾਂ ਕਰਮ ਨੇ ਰਣਵੀਰ ਦੇ ਫੋਨ ਤੋਂ ਸੁੱਖੀ ਨਾਲ ਗੱਲ ਕਰਕੇ ਉਸ ਨੂੰ ਤਾੜਿਆ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰਣਵੀਰ ਨੇ ਕਰਮ ਨੂੰ ਸਰੀਰਕ ਪੀੜ ਦੇਣੀ ਸ਼ੁਰੂ ਕਰ ਦਿੱਤੀ। ਰਣਵੀਰ ਦੀ ਹਰ ਗੱਲ ਨਾਲ ਥੱਪੜ ਨਾਲ ਮੁੱਕਦੀ। ਰਿਸ਼ਤੇਦਾਰੀ ਤੇ ਕਰਮ ਦੀ ਮਾਂ ਉਸ ਨੂੰ ਪਰਿਵਾਰ ਦੇ ਵਾਧੇ ਬਾਰੇ ਪੰਛ ਨਾਲ ਪੁੱਛਣ ਲੱਗੀ। ਕਰਮ ਬੇਵੱਸ ਸੀ। ਘਟਦੇ ਭਾਰ ਤੇ ਬੇਰੰਗੇ ਚਿਹਰੇ ਨੂੰ ਦੇਖ ਕੇ ਸਭ ਇਹ ਸੋਚਣ ਲੱਗੇ ਕਿ ਕਰਮ ਬਿਮਾਰ ਰਹਿੰਦੀ ਆ, ਜਿਸ ਕਰਕੇ ਮਾਂ ਬਣਨ ਵਿੱਚ ਰੁਕਾਵਟਾਂ ਆ ਰਹੀਆਂ ਹਨ। ਪਰ ਕਿਸੇ ਨੇ ਉਸ ਦੀ ਮਾਨਸਿਕ ਪੀੜ ਵੱਲ ਧਿਆਨ ਨਾ ਦਿੱਤਾ, ਕਿਉਂਕਿ ਸਰੀਰ ਦੀ ਢਿੱਲ ਮੱਠ ਸਭ ਸਵੀਕਾਰ ਕਰ ਲੈਂਦੇ ਹਨ, ਪਰ ਦਿਮਾਗ ਦੀ ਢਿੱਲ ਮੱਠ ਨੂੰ ਪਾਗਲਪਨ ਦੀ ਨਿਸ਼ਾਨੀ ਮੰਨ ਲਿਆ ਜਾਂਦਾ ਹੈ। ਕਰਮ ਦੀ ਹਰ ਸੰਭਵ ਕੋਸ਼ਿਸ਼ ਦਾ ਨਤੀਜਾ ਹਾਰ ਹੀ ਸੀ। ਕਰਮ ਡਿਪਰੈਸ਼ਨ ਵਿੱਚ ਚਲੀ ਗਈ। 1 ਸਾਲ ਤੋਂ ਉਹ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੀ ਸੀ। ਉਸ ਦੀ ਜ਼ਿੰਦਗੀ ਉਸ ਨੂੰ ਦਰਦ ਹੀ ਦੇ ਰਹੀ ਸੀ।
ਰਣਵੀਰ ਨੂੰ ਜਰਾ ਤਰਸ ਨਾ ਆਉਂਦਾ। ਉਹ ਕਰਮ ਨੂੰ ਹੋਰ ਪਰੇਸ਼ਾਨ ਕਰਨ ਲੱਗਾ, ਇਸ ਉਮੀਦ ਵਿੱਚ ਕਿ ਕਰਮ ਜਾਂ ਤਾਂ ਮਰ ਜਾਵੇ ਜਾਂ ਤਲਾਕ ਲੈ ਲਵੇ। ਬਦਨਾਮੀ ਤੇ ਕਲੰਕ ਦੇ ਡਰ ਕਾਰਨ ਕਰਮ ਨੇ ਆਪਣੇ ਭਵਿੱਖ ਨੂੰ ਦਾਅ 'ਤੇ ਲਾ ਦਿੱਤਾ ਸੀ। ਸੁਪਨੇ ਮਰ ਮੁੱਕ ਗਏ ਸਨ ਅਤੇ ਕਰਮ ਜ਼ਿੰਦਗੀ ਜਿਉਣ ਦੀ ਥਾਂ ਜ਼ਿੰਦਗੀ ਕੱਟ ਰਹੀ ਸੀ, ਜਿਵੇਂ ਕੋਈ ਸਜ਼ਾ ਹੋਵੇ। ਉਸਨੇ ਆਪਣੀ ਜ਼ਿੰਦਗੀ 'ਤੇ ਰੋਕ ਲਾ ਦਿੱਤੀ ਸੀ। 3 ਸਾਲ ਰਣਵੀਰ ਕਰਮ ਦੀਆਂ ਇੱਛਾਵਾਂ, ਉਮੀਦਾਂ ਤੇ ਚਾਵਾਂ ਨੂੰ ਇੱਕ ਕਰ ਮੁਕਾਉਂਦਾ ਰਿਹਾ। ਮਜਬੂਰ ਕਰਮ ਹੌਂਕੇ ਭਰਦੀ ਰਹਿੰਦੀ, ਮੰਜੇ ਨਾਲ ਮੰਜਾ ਹੋਈ ਰਹਿੰਦੀ, ਬਸ ਸਵਾਸ ਗਿਣਦੀ ਰਹਿੰਦੀ। ਹਸਪਤਾਲ ਦੇ ਜਨਰਲ ਵਾਰਡ ਵਿੱਚ ਸਵੇਰੇ ਸਵੇਰੇ ਇੱਕ ਬਜ਼ੁਰਗ ਔਰਤ ਨੂੰ ਸ਼ਿਫਟ ਕੀਤਾ ਗਿਆ। ਡਾਕਟਰ ਸਾਹਿਬ ਮਰੀਜ਼ਾਂ ਨੂੰ ਚੈੱਕ ਕਰਨ ਲਈ ਵਾਰਡ ਵਿੱਚ ਆਏ। ਕਿਵੇਂ ਹੋ ਮਾਤਾ ਜੀ, ਠੀਕ ਹੋ? ਡਾਕਟਰ ਨੇ ਹੱਸ ਕੇ ਪੁੱਛਿਆ। ਤੈਨੂੰ 40 ਸਾਲਾਂ ਵਿੱਚ ਪਤਾ ਨਹੀਂ ਲੱਗਿਆ ਤੇਰੀ ਮਾਂ ਕਿਵੇਂ ਹੋ ਸਕਦੀ ਆ? ਉਸ ਬਜ਼ੁਰਗ ਔਰਤ ਦਾ ਜਵਾਬ ਸੁਣ ਕੇ ਕਰਮ ਹੈਰਾਨ ਰਹਿ ਗਈ, ਪਰ ਡਾਕਟਰ ਦੇ ਉਸਦੀ ਟੀਮ ਉੱਚੀ ਉੱਚੀ ਹੱਸਣ ਲੱਗੇ। ਮਰਦੀ ਨਹੀਂ ਅਜੇ ਤੇਰੀ ਮਾਂ, ਫਿਕਰ ਨਾ ਕਰ। ਕਰਮ ਹੈਰਾਨ ਸੀ ਕਿ ਇੱਕ ਡਾਕਟਰ ਦੀ ਮਾਂ ਜਨਰਲ ਵਾਰਡ ਵਿੱਚ ਕਿਉਂ ਹੈ। ਉਸ ਨੂੰ ਤਾਂ VIP ਟ੍ਰੀਟਮੈਂਟ ਮਿਲਣਾ ਚਾਹੀਦਾ ਸੀ। ਇੰਨੇ ਨੂੰ ਡਾਕਟਰ ਕਰਮ ਨੂੰ ਚੈੱਕ ਕਰਨ ਉਸਦੇ ਬੈੱਡ ਕੋਲ ਆ ਕੇ ਖੜਾ ਹੋ ਗਿਆ। ਹਾਂਜੀ, ਕਿਵੇਂ ਹੋ ਤੁਸੀਂ? ਕਰਮ ਨੇ ਹਲਕਾ ਜਿਹਾ ਮੁਸਕਰਾ ਕੇ ਅੱਖਾਂ ਬੰਦ ਕਰ ਲਈਆਂ। ਨਰਸ ਨੇ BP ਚੈੱਕ ਕੀਤਾ। BP ਹਾਈ ਹੈ ਤੁਹਾਡਾ, ਹਾਰਟ ਬੀਟ ਵਧੀ ਹੋਈ ਆ। ਟੈਨਸ਼ਨ ਤਾਂ ਨਹੀਂ ਲੈ ਰਹੇ ਤੁਸੀਂ? ਕੋਈ ਮੈਡੀਕਲ ਹਿਸਟਰੀ ਤੁਹਾਡੀ? ਕਰਮ ਦਾ ਅੱਧ ਸੁੱਤਾ ਮਨ ਡਾਕਟਰ ਨੂੰ ਸੱਚ ਦੱਸਣ ਲਈ ਤੜਫ ਰਿਹਾ ਸੀ, ਪਰ ਆਪਣੀ ਮਾਂ ਸਾਹਮਣੇ ਉਹ ਕੁਝ ਨਾ ਕਹਿ ਸਕੀ। ਵਕਤ ਹੱਥੋਂ ਫਿਸਲ ਰਿਹਾ ਸੀ, ਉਸ ਨੂੰ ਫੜਨਾ ਅਸੰਭਵ ਹੋ ਰਿਹਾ ਸੀ। ਉਸ ਦੀ ਮਨ ਦੀ ਵੇਦਨਾ ਕੋਈ ਨਹੀਂ ਸੁਣ ਸਕਿਆ। ਡਾਕਟਰ ਸਾਹਿਬ ਨੇ ਕਰਮ ਨੂੰ ਛੁੱਟੀ ਨਹੀਂ ਦਿੱਤੀ। ਮਾਂ ਸਰਾਣੇ ਬੈਠੀ ਕਰਮ ਨੂੰ ਪਲੋਸ ਰਹੀ ਸੀ। ਉਸ ਦੇ ਹੱਥਾਂ ਦੀ ਛੋਹ ਨੇ ਕਰਮ ਦੇ ਮਨ ਨੂੰ ਥੋੜ੍ਹਾ ਸ਼ਾਂਤ ਕਰ ਦਿੱਤਾ। ਡਾਕਟਰ ਸਾਹਿਬ ਚਲੇ ਗਏ, ਪਰ ਉਸ ਜਨਰਲ ਵਾਰਡ ਵਿੱਚ ਇੱਕ ਅਜੀਬ ਬਦਲਾਅ ਆ ਗਿਆ ਸੀ। ਮਾਹੌਲ ਖੁਸ਼ਨੁਮਾ ਹੋ ਗਿਆ ਸੀ। ਸਭ ਦੇ ਅੰਦਰ ਇੱਕ ਖਿੱਚ ਹੁੰਦੀ ਆ, ਕਿਸੇ ਵਿੱਚ ਨਾ ਮਾਤਰ, ਕਿਸੇ ਵਿੱਚ ਜ਼ਿਆਦਾ ਤੇ ਕਿਸੇ ਵਿੱਚ ਬਹੁਤ ਜ਼ਿਆਦਾ। ਉਸ ਜਿੰਦਾ ਦਿਲ ਬਜ਼ੁਰਗ ਔਰਤ ਵਿੱਚ ਇੱਕ ਅਜੀਬ ਖਿੱਚ ਸੀ ਜਿਸ ਨੇ ਕਰਮ ਨੂੰ ਆਪਣੇ ਵੱਲ ਖਿੱਚਿਆ। ਕਰਮ ਬਹੁਤ ਦੇਰ ਤੱਕ ਉਸ ਔਰਤ ਨੂੰ ਦੇਖਦੀ ਰਹੀ। ਕੋਈ ਇਸ ਹਾਲਤ ਵਿੱਚ ਵੀ ਕਿਵੇਂ ਖੁਸ਼ ਰਹਿ ਸਕਦਾ ਹੈ? ਕਰਮ ਕਿੰਨੇ ਧਿਆਨ ਨਾਲ ਉਸ ਔਰਤ ਦਾ ਚਿਹਰਾ ਪੜ੍ਹਦੀ ਰਹੀ। ਕੁਝ ਦੇਰ ਬਾਅਦ ਬਾਥਰੂਮ ਜਾਣ ਲਈ ਉਹ ਉੱਠੀ, ਪਰ ਸੱਟ ਦੀ ਪੀੜ ਨਾਲ ਉਸ ਦੇ ਮੂੰਹੋਂ ਨਿਕਲਿਆ, ਹਾਏ ਰੱਬਾ! ਅਰ ਉਹ ਫੇਰ ਬੈੱਡ 'ਤੇ ਪੈ ਗਈ। ਕੁਝ ਹਾਦਸੇ ਭਾਵੇਂ ਤੁਹਾਨੂੰ ਪਿੱਛੇ ਨਾ ਹੀ ਧੱਕਣ, ਪਰ ਇਹ ਤੁਹਾਨੂੰ ਅੱਗੇ ਵਧਣ ਤੋਂ ਰੋਕਣਗੇ ਜ਼ਰੂਰ। ਸਾਹਮਣੇ ਬੈਠੀ ਔਰਤ ਨੇ ਕਰਮ ਨੂੰ ਦੇਖਦੇ ਕਿਹਾ, ਬੜੀ ਜਲਦੀ ਹਾਰ ਮੰਨ ਲਈ ਕੁੜੀਏ ਤੂੰ। ਇੱਧਰ ਦੇਖ, 70 ਸਾਲ ਦੀਆਂ, ਤੀਜਾ ਆਪਰੇਸ਼ਨ, ਕਦੇ ਹਿੰਮਤ ਨਹੀਂ ਹਾਰੀ। ਦੁੱਖਾਂ ਤੇ ਦਰਦਾਂ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਜਿੰਨਾ ਦੁੱਖਾਂ ਬਾਰੇ ਸੋਚਾਂਗੇ ਓਨਾ ਹੀ ਦੁੱਖ ਤੁਹਾਨੂੰ ਦਰਦ ਦੇਣਗੇ। ਮਾਰ ਹੰਭਲਾ ਜਵਾਨ ਕੁੜੀਆਂ ਤੂੰ। ਕਰਮ ਨੇ ਉਸ ਔਰਤ ਦੀਆਂ ਗੱਲਾਂ ਵਿੱਚ ਜੋਸ਼ ਮਹਿਸੂਸ ਕਰਿਆ। ਜੋਸ਼ ਦਾ ਧੂੰਆਂ ਜਿਵੇਂ ਉਸ ਔਰਤ ਵਿੱਚੋਂ ਉੱਠ ਕੇ ਕਰਮ ਵਿੱਚ ਜਾ ਰਲਿਆ। ਉਸਨੇ ਹਿੰਮਤ ਕੀਤੀ ਤੇ ਹੌਲੀ ਹੌਲੀ ਕਦਮ ਪੁੱਟਦੇ ਬਾਥਰੂਮ ਗਈ। ਵਾਪਸ ਆਉਂਦੀ ਨੂੰ ਉਸ ਬਜ਼ੁਰਗ ਨੇ ਕਰਮ ਨੂੰ ਕਿਹਾ, ਇੱਧਰ ਆ ਕੁੜੀਏ। ਕਰਮ ਦਾ ਅੱਧਾ ਦਰਦ ਜਿਵੇਂ ਇੱਕ ਕੋਸ਼ਿਸ਼ ਨਾਲ ਹੀ ਗਾਇਬ ਹੋ ਗਿਆ। ਉਹ ਧੀਮੀ ਗਤੀ ਨਾਲ ਉਸ ਔਰਤ ਦੇ ਬੈੱਡ ਕੋਲ ਪਹੁੰਚ ਗਈ। ਕੀ ਨਾਮ ਆ ਤੇਰਾ? ਕਰਮਜੀਤ ਕੌਰ। ਪੰਜਾਬੀ ਪੜ੍ਹਨੀ ਆਉਂਦੀ ਆ? ਹਾਂਜੀ। ਆ ਲੈ, ਇੱਕ ਚੰਗਾ ਕਰਮ ਕਰ। ਇਹਦੇ ਵਿੱਚ ਇੱਕ ਲੇਖ ਆ, ਸੁਪਨਿਆਂ ਦੀ ਸਨਾਖਤ। ਸਮਾਂ ਮਿਲੇ ਤਾਂ ਪੜ੍ਹ ਲਵੀਂ। ਉਸਨੇ ਹੱਥ ਵਿੱਚ ਫੜਿਆ ਮੈਗਜ਼ੀਨ ਕਰਮ ਵੱਲ ਵਧਾ ਕੇ ਕਿਹਾ। ਅਤੀਤ ਵਿੱਚ ਡੁੱਬੀ ਕਰਮ ਨੇ ਮੈਗਜ਼ੀਨ ਫੜ ਲਿਆ ਤੇ ਬੈੱਡ 'ਤੇ ਜਾ ਕੇ ਲੰਮੀ ਪੈ ਗਈ। ਬੀਤੇ ਸਮੇਂ ਦੀ ਰੀਲ ਕਰਮ ਦੇ ਜ਼ਿਹਨ ਵਿੱਚ ਘੁੰਮਣ ਲੱਗੀ। ਮਨ ਉਦਾਸੀ ਵੱਲ ਦੌੜਿਆ। ਸੋਚਾਂ ਉਸ ਨੂੰ ਥਕਾਉਣ ਲੱਗੀਆਂ। ਉਸ ਦਾ ਦਿਲ ਕੀਤਾ ਉਹ ਧਾਹਾਂ ਮਾਰ ਰੋਵੇ, ਪਰ ਮਾਂ ਕੋਲ ਸੀ। ਅਤੀਤ ਤੋਂ ਕੁਝ ਪਲ ਲਈ ਖਹਿੜਾ ਛੁਡਾਉਣ ਲਈ ਕਰਮ ਨੇ ਮੈਗਜ਼ੀਨ ਖੋਲ੍ਹਿਆ। ਉਸ ਦੀਆਂ ਅੱਖਾਂ ਲੇਖ ਨੂੰ ਦੇਖ ਰਹੀਆਂ ਸਨ। ਮਸਤਕ ਵਿੱਚ ਸੋਚਾਂ ਦੀ ਉਧੇੜ ਬੁਣ ਚੱਲ ਰਹੀ ਸੀ। ਉਸਨੇ ਧਿਆਨ ਲਗਾ ਕੇ ਲੇਖ ਪੜ੍ਹਨਾ ਸ਼ੁਰੂ ਕੀਤਾ। ਸੁਪਨਿਆਂ ਦੀ ਸਨਾਖਤ। ਹਰ ਸੁਪਨੇ ਵਿੱਚ ਇੱਕ ਜ਼ਿੰਦਗੀ ਹੁੰਦੀ ਆ, ਪਰ ਹਰ ਸੁਪਨੇ ਵਾਂਗ ਜ਼ਿੰਦਗੀ ਹੋਵੇ ਇਹ ਜ਼ਰੂਰੀ ਨਹੀਂ।
ਸੁਪਨਿਆਂ ਦੀ ਹਾਰ ਜਿੱਤ ਚੱਲਦੀ ਰਹਿੰਦੀ ਆ। ਕਿਸੇ ਵੀ ਨਵੀਂ ਚੀਜ਼ ਦੀ ਸ਼ੁਰੂਆਤ ਦਾ ਮਤਲਬ ਆ ਕਿਸੇ ਹੋਰ ਚੀਜ਼ ਦਾ ਖਾਤਮਾ ਹੋਣਾ। ਇਸੇ ਤਰ੍ਹਾਂ ਜਦੋਂ ਇੱਕ ਸੁਪਨਾ ਹਾਰ ਜਾਂਦਾ ਹੈ ਜਾਂ ਮਰ ਜਾਂਦਾ ਹੈ, ਉਸ ਦੀ ਥਾਂ ਨੂੰ ਪੂਰਨ ਲਈ ਨਵੇਂ ਸੁਪਨੇ ਦੀ ਸ਼ੁਰੂਆਤ ਹੁੰਦੀ ਆ। ਇਸ ਸੁਪਨੇ ਨੂੰ ਜਨਮ ਦੇਣ ਵਾਲੀ ਸਾਡੀ ਕਲਪਨਾ ਹੈ। ਜਿਵੇਂ ਇੱਕ ਮਾਂ 9 ਮਹੀਨੇ ਆਪਣੀ ਕੁੱਖ ਵਿੱਚ ਬੱਚੇ ਨੂੰ ਪਾਲਦੀ ਆ ਤੇ ਫਿਰ ਸੰਘਰਸ਼, ਮਿਹਨਤ ਅਤੇ ਹਿੰਮਤ ਕਰਕੇ ਬੱਚੇ ਨੂੰ ਜਨਮ ਦਿੰਦੀ ਆ, ਉਸੇ ਤਰ੍ਹਾਂ ਕਲਪਨਾ ਮਨ ਅੰਦਰ ਸੁਪਨੇ ਨੂੰ ਪਾਲਦੀ ਆ ਤੇ ਮਨੁੱਖ ਆਪਣੇ ਜਜ਼ਬੇ, ਹੁਨਰ ਤੇ ਮਿਹਨਤ ਨਾਲ ਮਨ ਅੰਦਰ ਪਲ ਰਹੇ ਸੁਪਨੇ ਨੂੰ ਹਕੀਕਤ ਦਾ ਰੂਪ ਦਿੰਦਾ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਆ ਜਦੋਂ ਅਸੀਂ ਸੁਪਨਿਆਂ ਨੂੰ ਜ਼ਿੰਦਗੀ ਮੰਨ ਕੇ ਬਹਿ ਜਾਂਦੇ ਹਾਂ। ਜਦੋਂ ਸਾਡੇ ਸੁਪਨਿਆਂ ਦਾ ਸੰਸਾਰ ਵਕਤ ਦੀ ਹਨੇਰੀ ਵਿੱਚ ਧੁੰਦਲਾ ਹੋ ਜਾਂਦਾ ਹੈ ਜਾਂ ਮੁਕੰਮਲ ਤੌਰ 'ਤੇ ਖਤਮ ਹੋ ਜਾਂਦਾ ਹੈ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਖਤਮ ਹੋਇਆ ਮਹਿਸੂਸ ਕਰਦੇ ਹਾਂ। ਨਕਾਰਾਤਮਕ ਸੋਚ ਸਾਨੂੰ ਘੁਣ ਵਾਂਗ ਖਾਣ ਲੱਗਦੀ ਆ ਤੇ ਅਸੀਂ ਹੌਲੀ-ਹੌਲੀ ਇਸ ਸੋਚ ਸਦਕਾ ਆਪਣੇ ਲਈ ਦੁੱਖਾਂ ਦਾ ਪਹਾੜ ਖੜਾ ਕਰ ਆਪਣੇ ਅੱਗੇ ਵਧਣ ਵਾਲੇ ਸਾਰੇ ਰਸਤੇ ਬੰਦ ਕਰ ਦਿੰਦੇ ਹਾਂ। ਜਿਨ੍ਹਾਂ ਸੁਪਨਿਆਂ ਦੇ ਪੂਰੇ ਨਾ ਹੋਣ 'ਤੇ ਅਸੀਂ ਆਪਣੀ ਜ਼ਿੰਦਗੀ ਦੇ ਰਸਤਿਆਂ ਨੂੰ ਦੁੱਖਾਂ ਦੇ ਪਹਾੜਾਂ ਨਾਲ ਬੰਦ ਕਰ ਦਿੱਤਾ ਹੈ। ਹੋ ਸਕਦਾ ਸੀ ਕਿ ਉਹਨਾਂ ਰਸਤਿਆਂ 'ਤੇ ਚੱਲਦੇ ਅੱਗੇ ਜਾ ਕੇ ਕੁਝ ਬਿਹਤਰੀਨ ਮਿਲ ਜਾਂਦਾ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਅਜਿਹੀ ਗਲਤੀ ਕੀਤੀ ਸੀ। ਮੇਰੀ BA ਦੇ ਫਾਈਨਲ ਇਮਤਿਹਾਨ ਤੋਂ ਬਾਅਦ ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਇੱਕ ਸੋਹਣੇ ਸੁਨੱਖੇ ਨੌਜਵਾਨ ਨਾਲ ਕਰ ਦਿੱਤਾ। ਉਹ ਨੌਜਵਾਨ ਬੰਬਈ ਵਿੱਚ ਕਿਸੇ ਵੱਡੀ ਕੰਪਨੀ ਵਿੱਚ ਚੰਗੀ ਤਨਖਾਹ 'ਤੇ ਕੰਮ ਕਰਦਾ ਸੀ। ਉਮਰ ਨਿਆਣੀ ਵਿੱਚ ਮੈਂ ਬਹੁਤ ਸਾਰੇ ਸੁਪਨੇ ਦੇਖੇ ਤੇ ਉਹਨਾਂ ਸੁਪਨਿਆਂ ਨੂੰ ਜਿਉਣ ਲੱਗੀ। ਮੈਂ ਸੁਪਨਿਆਂ ਦੀ ਸਲਤਨਤ ਦੀ ਸ਼ਹਿਜ਼ਾਦੀ ਬਣ ਗਈ। ਬਹੁਤ ਸਾਰੇ ਛੋਟੇ-ਛੋਟੇ ਸੁਪਨੇ ਪੂਰੇ ਹੋਣ ਲੱਗੇ। ਪਤੀ ਨੇ ਜਦ ਵੀ ਛੁੱਟੀ ਕੱਟਣ ਲਈ ਬੰਬਈ ਤੋਂ ਵਾਪਸ ਆਉਣਾ, ਮੇਰੇ ਨਿੱਕੇ-ਨਿੱਕੇ ਸੁਪਨਿਆਂ ਨੂੰ ਪੂਰਾ ਕਰਨਾ। ਜਲਦ ਹੀ ਪ੍ਰਭੂ ਨੇ ਮੈਨੂੰ ਮਾਂ ਬਣਨ ਦਾ ਸੁੱਖ ਦਿੱਤਾ। ਬੇਟੇ ਦੇ ਜਨਮ ਨਾਲ ਇੱਕ ਸੁਪਨਾ ਪੂਰਾ ਹੋਇਆ। ਫਿਰ ਇੱਕ ਦਿਨ ਮੈਂ ਇੱਕ ਵੱਡਾ ਸੁਪਨਾ ਦੇਖਿਆ ਤੇ ਉਸ ਨੂੰ ਪੂਰਾ ਕਰਨ ਲਈ ਯਤਨ ਕੀਤਾ। ਮੈਂ ਬੰਬਈ ਰਵਾਨਾ ਹੋ ਗਈ। ਸੁਪਨਾ ਦੇਖਿਆ ਕਿ ਮੇਰਾ ਪਤੀ ਮੈਨੂੰ ਦੇਖ ਕੇ ਖੁਸ਼ ਹੋਵੇਗਾ ਤੇ ਅਸੀਂ ਆਪਣੇ ਬੇਟੇ ਦੀ ਪਰਵਰਿਸ਼ ਵਧੀਆ ਢੰਗ ਨਾਲ ਕਰਾਂਗੇ। ਪਰ ਹਕੀਕਤ ਨੇ ਸਭ ਕੁਝ ਬਦਲ ਦਿੱਤਾ। ਮੇਰਾ ਪਤੀ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ ਤੇ ਉਸ ਦੇ 2 ਬੱਚੇ ਸਨ। ਮੇਰੇ ਅੰਦਰ ਸਾਰੇ ਸੁਪਨੇ ਮਰ ਮੁੱਕ ਗਏ। ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਨੂੰ ਸਵਾਹ ਕਰਨ ਲੱਗੀ। ਮੇਰੇ ਸੁਪਨਿਆਂ ਦੇ ਟੁੱਟਣ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਤ ਮੰਨ ਲਿਆ ਸੀ, ਕਿਉਂਕਿ ਮੈਂ ਸੁਪਨਿਆਂ ਨੂੰ ਹੀ ਆਪਣੀ ਜ਼ਿੰਦਗੀ ਸਮਝਣ ਦੀ ਗਲਤੀ ਕਰ ਬੈਠੀ ਸੀ। ਸੂਰਜ ਅਗਰ ਡੁੱਬ ਜਾਵੇ ਤਾਂ ਉਸ ਦੇ ਰੋਮਾਂਚ ਵਿੱਚ ਕੋਈ ਘਾਟਾ ਨਹੀਂ ਪੈਂਦਾ, ਕਿਉਂਕਿ ਉਹ ਅਗਲੀ ਸਵੇਰ ਫੇਰ ਚਮਕਦਾ ਹੈ ਤੇ ਦੁਨੀਆ ਨੂੰ ਰੌਸ਼ਨ ਕਰਦਾ ਹੈ। ਮੇਰੇ ਪਿਤਾ ਜੀ ਨੇ ਮੈਨੂੰ ਸਮਝਾਉਂਦਿਆਂ ਅਵਤਾਰ ਸਿੰਘ ਪਾਸ਼ ਦੁਆਰਾ ਲਿਖੀ ਕਵਿਤਾ ਦੀਆਂ ਕੁਝ ਸਤਰਾਂ ਸੁਣਾਈਆਂ ਸਨ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਆ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਵਿੱਚ ਖੁੱਭ ਜਾਵੇ। ਉਸ ਦਿਨ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਰੇ ਪਿਤਾ ਜੀ ਦੀ ਇੱਕ ਗੱਲ ਨੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾਇਆ ਸੀ। ਦੁਨੀਆ ਵਿੱਚ ਕੋਈ ਵੀ ਪਿੱਛੇ ਜਾ ਕੇ ਸ਼ੁਰੂਆਤ ਤਾਂ ਨਹੀਂ ਕਰ ਸਕਦਾ, ਪਰ ਅੱਜ ਸ਼ੁਰੂ ਕਰਕੇ ਨਵਾਂ ਅੰਤ ਜ਼ਰੂਰ ਕਰ ਸਕਦਾ ਹੈ। ਮੈਂ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਤੇ ਸੱਚ ਜਾਣਿਓ, ਜ਼ਿੰਦਗੀ ਗੁਲਜ਼ਾਰ ਹੈ। ਸੁਪਨਿਆਂ ਨੂੰ ਜਨਮ ਦੇਣ ਵਾਲਾ ਸੁਪਨਿਆਂ ਦੇ ਮਰਨ ਨੂੰ ਕਬੂਲਣ ਦੀ ਹਿੰਮਤ ਰੱਖੇ। ਇਸ ਧਰਤੀ 'ਤੇ ਕੁਝ ਵੀ ਸਥਾਈ ਨਹੀਂ ਆ। ਜੇਕਰ ਹਾਲਾਤਾਂ ਮੁਤਾਬਕ ਤੁਸੀਂ ਆਪਣੇ ਆਪ ਨੂੰ ਢਾਲ ਲੈਂਦੇ ਹੋ ਤਾਂ ਤੁਹਾਡੇ ਅੰਦਰ ਇਹਨਾਂ ਨੂੰ ਬਦਲਣ ਲਈ ਹਿੰਮਤ ਜਨਮ ਲਵੇਗੀ। ਬੇਵਸੀ ਦਾ ਬਹਾਨਾ ਤੇ ਕਿਸਮਤ ਨੂੰ ਕੋਸਣ ਨਾਲ ਤੁਸੀਂ ਕਦੇ ਅੱਗੇ ਨਹੀਂ ਵੱਧ ਸਕਦੇ, ਪਰ ਹਾਂ, ਇਹ ਤੁਹਾਨੂੰ ਸਹਾਰਾ ਦੇ ਕੇ ਸਦਾ ਲਈ ਅਪਾਹਿਜ ਜ਼ਰੂਰ ਬਣਾ ਦੇਣਗੇ। ਅਸੀਂ ਜੋ ਸੋਚਦੇ ਹਾਂ ਉਹੀ ਮਹਿਸੂਸ ਕਰਦੇ ਹਾਂ। ਸੁੱਖਾਂ ਨੂੰ ਮਹਿਸੂਸ ਕਰਨ ਲਈ ਖੁਸ਼ੀ ਬਾਰੇ ਸੋਚੋ। ਜੋ ਬੀਤ ਗਿਆ ਉਹ ਕਦੇ ਮੁੜ ਕੇ ਨਹੀਂ ਆਉਣਾ। ਜੋ ਵਕਤ ਚੱਲ ਰਿਹਾ ਉਸ ਨੂੰ ਜੀਓ ਤਾਂ ਕਿ ਆਉਣ ਵਾਲਾ ਵਕਤ ਵੀ ਖੁਸ਼ਨੁਮਾ ਹੋਵੇ। ਜ਼ਿੰਦਗੀ ਵਿੱਚ ਹਰ ਹਾਦਸੇ ਦੇ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਹਨ, ਨਕਾਰਾਤਮਕ ਤੇ ਸਕਾਰਾਤਮਕ। ਆਪਣੀ ਜ਼ਿੰਦਗੀ ਵਿੱਚ ਹਾਰ ਨੂੰ ਅਤੀਤ ਵਿੱਚ ਹੀ ਰਹਿਣ ਦਿਓ। ਜੇਕਰ ਉਸ ਨੂੰ ਵਰਤਮਾਨ ਵਿੱਚ ਨਾਲ ਲੈ ਕੇ ਤੁਰੋਗੇ
ਤਾਂ ਦੁੱਖਾਂ ਨੂੰ ਜੀ ਆਇਆ ਆਖਦੇ ਰਹੋਗੇ। ਅਤੀਤ ਨੂੰ ਭੁੱਲਣਾ ਸਿੱਖੋ। ਜੇਕਰ ਅਤੀਤ ਵਿੱਚ ਝਾਤ ਮਾਰਨੀ ਹੀ ਆ ਤਾਂ ਉਹਨਾਂ ਅਸਲ ਕਾਰਨਾਂ ਨੂੰ ਟੋਲੋ ਜਿਨ੍ਹਾਂ ਕਰਕੇ ਤੁਸੀਂ ਆਪਣੇ ਵਰਤਮਾਨ ਵਿੱਚ ਵੀ ਦੁਖੀ ਹੋ। ਹਰ ਬੁਰੇ ਹਾਦਸੇ ਨੂੰ ਭੁੱਲ ਕੇ ਅੱਗੇ ਵਧਦੇ ਜਾਓ। ਇੰਜ ਕਰਨ ਨਾਲ ਤੁਸੀਂ ਕਦੇ ਨਿਰਾਸ਼ ਨਹੀਂ ਹੋਵੋਗੇ, ਕਦੇ ਕਿਸੇ ਇੱਕ ਸੁਪਨੇ ਦੇ ਟੁੱਟਣ ਨਾਲ ਦੁਖੀ ਨਹੀਂ ਹੋਵੋਗੇ, ਨਾ ਹੀ ਸੁਪਨਿਆਂ ਨੂੰ ਜ਼ਿੰਦਗੀ ਸਮਝਣ ਦੀ ਕਦੇ ਗਲਤੀ ਕਰੋਗੇ। ਧੰਨਵਾਦ। ਸ਼੍ਰੀਮਤੀ ਮੀਨਾ ਦੀਕਸ਼ਿਤ। ਬੰਦ ਜ਼ੁਬਾਨ, ਝੀਲ ਵਾਂਗ ਗਹਿਰਾਈਆਂ ਅੱਖਾਂ ਤੇ ਚਿਹਰੇ 'ਤੇ ਖੁਸ਼ੀ ਦੀ ਚਮਕ। ਲੇਖ ਪੜ੍ਹ ਕੇ ਹੰਝੂਆਂ ਦੀਆਂ ਬੂੰਦਾਂ ਗੱਲਾਂ 'ਤੇ ਆ ਡਿੱਗੀਆਂ। ਕਰਮ ਦੇ ਅੰਦਰ ਹੌਸਲੇ ਨੇ ਉਡਾਨ ਭਰੀ। ਡਾਕਟਰ ਦੀ ਗੱਲ ਉਸਦੇ ਦਿਮਾਗ ਵਿੱਚ ਗੂੰਜਣ ਲੱਗੀ। ਜੋ ਚੀਜ਼ ਇੰਨਾ ਦੁੱਖ ਦੇ ਰਹੀ ਆ ਉਸਨੂੰ ਛੱਡ ਦੇਵੋ। ਦੁੱਖ ਦੇ ਕਾਰਨ ਨੂੰ ਖਤਮ ਕਰੋ। ਮੈਂ ਸਿਰਫ ਦਵਾਈ ਦੇ ਸਕਦਾ ਹਾਂ। ਸਵਾਲਾਂ ਦੇ ਕਟਹਿਰੇ ਵਿੱਚ ਖੜੀ ਕਰਮ ਦੀ ਜ਼ਿੰਦਗੀ ਦੇ ਅੰਦਰ ਹੀ ਸਵਾਲਾਂ ਦੇ ਜਵਾਬ ਸਮੋਏ ਹੋਏ ਸਨ। ਉਸ ਲੇਖ ਵਿੱਚ ਲਿਖੀ ਹਰ ਇੱਕ ਗੱਲ ਨੇ ਦਿਸ਼ਾਹੀਨ ਹੋਈ ਕਰਮ ਨੂੰ ਥਾਪੜਾ ਦਿੱਤਾ। ਉਸ ਨੂੰ ਨਵੀਂ ਸ਼ੁਰੂਆਤ ਕਰਨ ਦੀ ਵਜ੍ਹਾ ਮਿਲ ਗਈ। ਉਹ ਵਜ੍ਹਾ ਸੀ ਕਰਮਜੀਤ ਕੌਰ ਉਰਫ ਕਰਮ। ਫੈਸਲੇ ਲੈ ਲਏ ਗਏ। ਨਵੇਂ ਸੁਪਨਿਆਂ ਨੇ ਉਡਾਰੀ ਭਰੀ। ਜਿਸ ਕਰਮ ਨੂੰ ਸਮਾਜ ਹੱਥੋਂ ਬੇਇੱਜ਼ਤੀ ਤੇ ਤਲਾਕ ਦਾ ਕਲੰਕ ਲੱਗਣ ਦਾ ਡਰ ਸਤਾ ਰਿਹਾ ਸੀ, ਹੁਣ ਉਸਨੇ ਆਪਣੇ ਆਪ ਨੂੰ ਹਰ ਉਸ ਦੁੱਖ ਅਤੇ ਡਰ ਤੋਂ ਆਜ਼ਾਦ ਕਰ ਲਿਆ ਜੋ ਉਸ ਨੂੰ ਅੱਗੇ ਵਧਣ ਤੋਂ ਰੋਕ ਰਹੇ ਸਨ। ਕਹਾਵਤ ਹੈ, ਜਿਹਨੇ ਸੱਚੀ ਸੁੱਚੀ ਆਤਮਾ ਨੂੰ ਤਪਾਇਆ ਉਹਨੇ ਸੁੱਖ ਕਿਤੇ ਨਾ ਪਾਇਆ। ਰਣਵੀਰ ਨੂੰ ਵਕਤ ਨੇ ਸਜ਼ਾ ਦਿੱਤੀ। 1 ਹਫ਼ਤੇ ਬਾਅਦ ਕਰਮ ਹਸਪਤਾਲ ਮੱਥੇ 'ਤੇ ਲੱਗੇ ਟਾਂਕੇ ਖੁਲਵਾਉਣ ਗਈ। ਕਰਮ ਨੇ ਨਰਸ ਨੂੰ ਪੁੱਛਿਆ, ਡਾਕਟਰ ਸਾਹਿਬ ਦੀ ਮਾਤਾ ਜੀ ਦਾ ਕੀ ਹਾਲ ਆ ਹੁਣ? ਉਹ ਬਿਲਕੁਲ ਠੀਕ ਹਨ। ਬਹੁਤ ਦਲੇਰ ਔਰਤ ਹਨ। ਤੀਜੇ ਆਪਰੇਸ਼ਨ ਕਰਾ ਕੇ ਵੀ ਹੌਸਲੇ ਵਿੱਚ ਸਨ। ਹਾਂਜੀ, ਅਸੀਂ ਸਾਰੇ ਘਬਰਾਏ ਹੋਏ ਸੀ। ਉਹ ਤਾਂ ਸਾਨੂੰ OPD ਵਿੱਚ ਵੀ ਹੌਸਲਾ ਦੇ ਰਹੇ ਸੀ। ਨਰਸ ਨੇ ਟਾਂਕੇ ਖੋਲ੍ਹਦੀ ਨੇ ਦੱਸਿਆ। ਮੈਂ ਵੀ ਕਿੰਨੀ ਈਡੀਅਟ ਹਾਂ। ਡਾਕਟਰ ਸਾਹਿਬ ਦੀ ਮਦਰ ਦਾ ਨਾਮ ਕੀ ਆ? ਸ਼੍ਰੀਮਤੀ ਮੀਨਾ ਦੀਕਸ਼ਿਤ। ਜੀ ਹਾਂ, ਡਾਕਟਰ ਸਾਹਿਬ ਦੀ ਮਦਰ ਦਾ ਨਾਮ ਕੀ ਆ? ਸ਼੍ਰੀਮਤੀ ਮੀਨਾ ਦੀਕਸ਼ਿਤ। ਧੰਨਵਾਦ ਜੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ। ਧੰਨਵਾਦ।